हाँ जी, BSc 1 नॉन मैडिकल ਆਪਾਂ ਨੇ ਪ੍ਰੀਵੀਅਸ ਲੈਕਚਰ ਦੇ ਵਿੱਚ ਥੋੜਾ ਰਿਵਿਊ ਕਰ ਲੈਂਦੇ ਆ ਕੀ ਕੀਤਾ ਸੀ। ਲੀਨੀਅਰ ਇਕੁਏਸ਼ਨਸ ਬਾਰੇ ਪੜਿਆ ਸੀਗਾ ਕਿ ਜਿਨ੍ਹਾਂ ਦੇ ਵਿੱਚ ਵੇਰੀਏਬਲਸ ਦੀ ਡਿਗਰੀ ਮੈਕਸਿਮਮ 1 ਹੁੰਦੀ ਹੈ ਉਹ ਵਿਦਆਊਟ ਪ੍ਰੋਡਕਟ ਦੇ ਵਿੱਚ ਆਉਂਦੇ ਨੇ। ਮੈਟ੍ਰਿਕਸ ਫਾਰਮ AX = B ਦੀ ਫਾਰਮ ਦੇ ਵਿੱਚ ਲਿਖਿਆ ਸੀ। A ਕੋਫੀਸ਼ੀਐਂਟ ਮੈਟ੍ਰਿਕਸ ਸੀ, X ਵੇਰੀਏਬਲ ਵੈਕਟਰ ਸੀ, B ਰਾਈਟ ਹੈਂਡ ਸਾਈਡ ਦੇ ਵਿੱਚ ਕਨਸਟੈਂਟ ਵੈਕਟਰ ਸੀਗਾ, B ਜਦੋਂ ਨॉन ਜ਼ੀਰੋ ਹੁੰਦਾ ਸੀ ਤਾਂ ਨॉन ਹੋਮੋਜੀਨੀਅਸ ਸਿਸਟਮ ਆਫ ਲੀਨੀਅਰ ਇਕੁਏਸ਼ਨ ਸੀਗਾ, B ਜਦੋਂ ਜ਼ੀਰੋ ਹੁੰਦਾ ਸੀਗਾ ਸਾਰਾ ਕਨਸਟੈਂਟ ਵੈਕਟਰ ਤਾਂ ਇਹਨੂੰ ਆਪਾਂ ਹੋਮੋਜੀਨੀਅਸ ਸਿਸਟਮ ਆਫ ਲੀਨੀਅਰ ਇਕੁਏਸ਼ਨ ਕਹਿੰਦੇ ਸੀ। A ਦਾ ਆਪਾਂ ਡਿਟਰਮੀਨੈਂਟ ਕਰਕੇ ਸਿਸਟਮ ਆਫ ਲੀਨੀਅਰ ਇਕੁਏਸ਼ਨ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਸੀਗੇ ਕਿ ਸਿੰਗੂਲਰ ਸਿਸਟਮ ਹੈ ਜਾਂ ਨॉन ਸਿੰਗੂਲਰ ਹੈ। A ਕੋਫੀਸ਼ੀਐਂਟ ਮੈਟ੍ਰਿਕਸ ਦਾ ਜਦੋਂ ਡਿਟਰਮੀਨੈਂਟ ਕਰਦੇ ਆ ਜੇ ਜ਼ੀਰੋ ਆਉਂਦਾ ਸੀ ਤਾਂ ਇਹਨੂੰ ਆਪਾਂ ਸਿੰਗੂਲਰ ਮੈਟ੍ਰਿਕਸ ਕਹਿੰਦੇ ਸੀ। A ਦਾ ਡਿਟਰਮੀਨੈਂਟ ਜਦੋਂ ਨॉन ਜ਼ੀਰੋ ਆਉਂਦਾ ਸੀਗਾ ਤਾਂ ਨॉन ਸਿੰਗੂਲਰ ਮੈਟ੍ਰਿਕਸ ਹੁੰਦੀ ਸੀ। ਉਸ ਤੋਂ ਬਾਅਦ ਮੈਟ੍ਰਿਕਸ ਦਾ ਆਪਾਂ ਰੈਂਕ ਪਤਾ ਕਰਦੇ ਸੀਗੇ। ਰੈਂਕ ਪਤਾ ਕਰਨ ਦੇ ਦੋ ਮੈਥਡ ਸੀਗੇ, ਇੱਕ ਸੀਗਾ ਰੈਂਕ ਬਾਈ ਯੂਜ਼ਿੰਗ ਡਿਟਰਮੀਨੈਂਟ ਮੈਥਡ, ਇੱਕ ਸੀਗਾ ਰੈਂਕ ਬਾਈ ਯੂਜ਼ਿੰਗ ਐਲੀਮੈਂਟਰੀ ਰੋ ਟਰਾਂਸਫੋਰਮੇਸ਼ਨ ਮੈਥਡ। ਪਹਿਲਾ ਮੈਥਡ ਮੈਂ ਤੁਹਾਨੂੰ ਦੱਸਤਾ ਸੀਗਾ ਰੈਂਕ ਬਾਈ ਯੂਜ਼ਿੰਗ ਡਿਟਰਮੀਨੈਂਟ ਮੈਥਡ ਦੇ ਵਿੱਚ ਕੀ ਸੀ ਕਿ ਮੈਟ੍ਰਿਕਸ ਦਾ ਆਰਡਰ ਨੋਟ ਕਰੋ ਕਿੰਨਾ ਆ, ਫਿਰ ਮੈਟ੍ਰਿਕਸ ਦਾ ਡਿਟਰਮੀਨੈਂਟ ਪਤਾ ਕਰੋ। ਜੇ ਮੈਟ੍ਰਿਕਸ ਦਾ ਡਿਟਰਮੀਨੈਂਟ ਨॉन ਜ਼ੀਰੋ ਆ ਗਿਆ ਤਾਂ ਜਿੰਨਾ ਮੈਟ੍ਰਿਕਸ ਦਾ ਆਰਡਰ ਹੈ ਉਨਾ ਹੀ ਮੈਟ੍ਰਿਕਸ ਦਾ ਰੈਂਕ ਹੈ। ਜੇ ਮੈਟ੍ਰਿਕਸ ਦਾ ਡਿਟਰਮੀਨੈਂਟ ਜ਼ੀਰੋ ਆ ਗਿਆ ਤਾਂ ਜਿੰਨਾ ਮੈਟ੍ਰਿਕਸ ਦਾ ਆਰਡਰ ਹੈ ਉਨਾ ਰੈਂਕ ਕਦੇ ਨਹੀਂ ਹੋ ਸਕਦਾ। ਮੈਟ੍ਰਿਕਸ ਦਾ ਰੈਂਕ ਉਸ ਦੇ ਆਰਡਰ ਤੋਂ ਘੱਟ ਹੋਏਗਾ, ਸਟ੍ਰਿਕਟਲੀ ਲੈਸ ਹੋਏਗਾ। ਇੰਨਾ ਸ਼ੋਰ ਨਹੀਂ ਹੈਗਾ ਕਿ ਕਿੰਨਾ ਹੋਏਗਾ, ਬਟ ਜਿੰਨਾ ਆਰਡਰ ਹੈ ਉਹ ਤੋਂ ਸਟ੍ਰਿਕਟਲੀ ਲੈਸ ਹੋਏਗਾ। ਉਸ ਕੇਸ ਦੇ ਵਿੱਚ ਮੈਟ੍ਰਿਕਸ ਦੇ ਇੱਕ ਆਰਡਰ ਘੱਟ ਮਾਈਨਰਸ ਪਤਾ ਕਰਨੇ ਆ। ਜੇ 4x4 ਦੀ ਮੈਟ੍ਰਿਕਸ ਸੀ ਤਾਂ 3x3 ਦੇ ਮਾਈਨਰਸ ਕੱਢ ਲਓ ਸਾਰੇ। ਜੇ 3x3 ਦੀ ਮੈਟ੍ਰਿਕਸ ਸੀਗੀ ਤਾਂ 2x2 ਦੇ ਮਾਈਨਰ ਕੱਢ ਲਓ ਸਾਰੇ। ਫਿਰ ਉਹਨਾਂ ਸਾਰੇ ਮਾਈਨਰਸ ਦਾ ਟਰਨ ਬਾਈ ਟਰਨ ਡਿਟਰਮੀਨੈਂਟ ਪਤਾ ਕਰੋ। ਫਿਰ ਡਿਟਰਮੀਨੈਂਟਸ ਜਿਹੜੇ ਮਾਈਨਰਸ ਨੇ ਉਹਨਾਂ ਦਾ ਡਿਟਰਮੀਨੈਂਟ ਪਤਾ ਕਰਾਂਗੇ। ਜੇ ਕਿਸੇ ਨਾ ਕਿਸੇ ਮਾਈਨਰ ਦਾ ਡਿਟਰਮੀਨੈਂਟ ਨॉन ਜ਼ੀਰੋ ਆ ਗਿਆ, ਧਿਆਨ ਨਾਲ ਸੁਣੋ, ਜੇ ਕਿਸੇ ਨਾ ਕਿਸੇ ਮਾਈਨਰ ਦਾ ਡਿਟਰਮੀਨੈਂਟ ਨॉन ਜ਼ੀਰੋ ਆ ਗਿਆ ਤਾਂ ਜਿੰਨਾ ਮਾਈਨਰ ਦਾ ਆਰਡਰ ਹੈ ਉਨਾ ਹੀ ਮਾਈਨਰ ਦਾ ਉਨਾ ਹੀ ਮੈਟ੍ਰਿਕਸ ਦਾ ਰੈਂਕ ਹੈ। ਜੇ ਕਿਸੇ ਨਾ ਕਿਸੇ ਮਾਈਨਰ ਦਾ ਡਿਟਰਮੀਨੈਂਟ ਨॉन ਜ਼ੀਰੋ ਆ ਗਿਆ ਤਾਂ ਜਿੰਨਾ ਮਾਈਨਰ ਦਾ ਆਰਡਰ ਹੈ ਉਨਾ ਹੀ ਮਾਈਨਰ ਦਾ ਰੈਂਕ ਆ, ਉਨਾ ਹੀ ਮੈਟ੍ਰਿਕਸ ਦਾ ਰੈਂਕ ਹੈ। ਜੇ ਸਾਰੇ ਮਾਈਨਰਸ ਦਾ ਡਿਟਰਮੀਨੈਂਟ ਤੁਹਾਡੇ ਕੋਲੇ ਜ਼ੀਰੋ ਆ ਗਿਆ ਤਾਂ ਇਸ ਕੇਸ ਦੇ ਵਿੱਚ ਜਿੰਨਾ ਮਾਈਨਰ ਦਾ ਆਰਡਰ ਹੈ ਮੈਟ੍ਰਿਕਸ ਦਾ ਰੈਂਕ ਉਨਾ ਵੀ ਨਹੀਂ ਹੋਣਾ, ਉਹ ਤੋਂ ਵੀ ਲੈਸ ਹੋਊਗਾ, ਸਟ੍ਰਿਕਟਲੀ ਲੈਸ ਹੋਊਗਾ। ਤਾਂ ਇਸ ਸਪੈਸ਼ਲ ਕੇਸ ਦੇ ਵਿੱਚ ਹੁਣ ਮਾਈਨਰਸ ਦੇ ਅੱਗੇ ਸਬ ਮਾਈਨਰਸ ਪਤਾ ਕਰਨਗੇ ਇੱਕ ਇੱਕ ਆਰਡਰ, ਇੱਕ ਇੱਕ ਰੋ ਕਾਲਮ ਡਿਲੀਟ ਕਰਨ ਤੋਂ ਬਾਅਦ। ਠੀਕ ਹੈ। ਜੇ 4x4 ਦੀ ਮੈਟ੍ਰਿਕਸ ਸੀਗੀ ਉਹਦਾ ਡਿਟਰਮੀਨੈਂਟ ਜ਼ੀਰੋ ਆ ਗਿਆ ਸੀ ਤਾਂ 3x3 ਦੇ ਮਾਈਨਰ ਪਤਾ ਕਰ ਲੈਣੇ ਆ। ਬਾਈ ਚਾਂਸ 3x3 ਦੇ ਵੀ ਸਾਰਿਆਂ ਦਾ ਡਿਟਰਮੀਨੈਂਟ ਜ਼ੀਰੋ ਆ ਗਏ ਤਾਂ ਹੁਣ 2x2 ਦੇ ਪਤਾ ਕਰ ਲਓ। ਜੇ 2x2 ਦੇ ਵੀ ਸਾਰਿਆਂ ਦੇ ਡਿਟਰਮੀਨੈਂਟ 0 0 0 ਆ ਰਹੇ ਨੇ ਤਾਂ ਹੁਣ 1x1 ਦੇ ਪਤਾ ਕਰ ਲਓ। ਤਾਂ ਫਿਰ 1x1 ਦਾ ਤਾਂ 1 ਹੀ ਰੈਂਕ ਆਏਗਾ। ਜ਼ੀਰੋ ਰੈਂਕ ਤਾਂ ਹੀ ਉਹ ਆਏਗਾ ਜੇ ਮੈਟ੍ਰਿਕਸ ਜ਼ੀਰੋ ਸੀਗੀ। ਠੀਕ ਹੈ, ਇਦਾਂ ਦਾ ਕੰਮ ਸੀਗਾ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ 1 2 3 4 5 6 7 8 9 ਵਾਲੀ ਮੈਟ੍ਰਿਕਸ ਦੀ, ਉਹਦਾ ਰੈਂਕ ਕਿੰਨਾ ਆਇਆ? 3x3 ਦੀ ਮੈਟ੍ਰਿਕਸ ਦਿੱਤੀ ਸੀ। ਪਹਿਲੀ ਰੋ ਸੀ 1 2 3, ਦੂਜੀ ਰੋ ਸੀ 3 4 5, ਤੀਜੀ ਰੋ ਸੀਗੀ 7 8 9। ਕਿੰਨਾ ਆਇਆ ਰੈਂਕ? ਉਹ ਦੇਵੀਓ ਸੱਜਣੋ ਮੂਰਤੋ ਕੁਛ ਕਰਕੇ ਲੈ ਕੇ ਆਏ ਕੰਮ ਕਿ ਨਹੀਂ? ਇਹ ਮੈਟ੍ਰਿਕਸ ਦਾ ਡਿਟਰਮੀਨੈਂਟ ਕਿੰਨਾ ਹੈ ਉਹਦਾ? ਪੜ੍ਹਦੇ ਪੁੱਟਦੇ ਨਹੀਂ ਹੈਗੇ ਤੁਸੀਂ? ਲਓ ਦਿਖਾਓ। ਪਹਿਲਾਂ ਤਾਂ ਇਹ ਮੈਟ੍ਰਿਕਸ ਦਾ ਡਿਟਰਮੀਨੈਂਟ ਕੀ ਆ ਗਿਆ? ਜ਼ੀਰੋ ਆ ਗਿਆ। ਇੱਥੇ ਲਿਖਿਆ ਨਹੀਂ ਵੀ ਪਹਿਲਾਂ ਤਾਂ ਇਹ ਮੈਟ੍ਰਿਕਸ ਦਾ ਆਰਡਰ ਲਿਖਣਾ ਸੀਗਾ 3, ਠੀਕ ਹੈ। ਜਦੋਂ ਇਹ ਮੈਟ੍ਰਿਕਸ ਦਾ ਡਿਟਰਮੀਨੈਂਟ ਜ਼ੀਰੋ ਆ ਗਿਆ ਤੁਸੀਂ ਇੱਥੇ ਲਿਖਣਾ ਸੀਗਾ ਮੈਟ੍ਰਿਕਸ ਦਾ ਰੈਂਕ ਆ ਜਿਹੜਾ 3 ਤੋਂ ਨਾਟ ਇਕੁਅਲ ਟੂ 3 ਹੈ। ਪਹਿਲਾਂ ਤਾਂ ਤੁਸੀਂ ਇਹ ਲਿਖਣਾ ਜਿਵੇਂ ਇੱਥੇ ਕੀ ਮੈਟ੍ਰਿਕਸ ਸੀਗੀ A 1 2 3 4 5 6 7 8 9,
ਤੁਸੀਂ ਮੈਟ੍ਰਿਕਸ ਦਾ ਡਿਟਰਮੀਨੈਂਟ ਪਤਾ ਕਰ ਲਿਆ, 0 ਆ ਗਿਆ। ਤੁਸੀਂ ਲਿਖਣਾ ਮੈਟ੍ਰਿਕਸ ਦਾ A ਡਿਟਰਮੀਨੈਂਟ ਨਾਟ ਇਕੁਅਲ ਟੂ 3 ਹੈ, देयरफॉर मैट्रिक्स का डिटरमिनेंट स्ट्रिक्टली लैस दैन 3 होगा। या तुसी कह सकते हो मैट्रिक्स का डिटरमिनेंट लैस दैन इक्वल टू 2 होगा। ये गल्लां लिख लो, तुहानूं अगे न्यूमेरिकल करने वेले सौखा रहूगा कि मैट्रिक्स का रैंक 3 के बराबर नहीं हैगा, मैट्रिक्स का रैंक 3 तो घट है, या कह लो मैट्रिक्स का रैंक लैस दैन इक्वल टू 2 है। नाउ वी हैव टू चेक determinants of determinants of its minors of order 2 cross 2 turn by turn। for example कि दो टर्न बाय टर्न सारिਆਂ ਦਾ डिटरमिनेंट चेक करना, चाहे सारिਆਂ ਦਾ ਕੱਢ ਲਓ ਜਾਂ फॉर एग्जांपल ਕਿਸੇ ਇੱਕ ਦਾ ਦੇ ਦਿਓ। फॉर एग्जांपल ਤੁਸੀਂ ਸੋਲਵ ਕੀਤਾ 5 6 8 9 ਦਾ, ਇਹਦਾ डिटरमिनेंट ਆ ਗਿਆ ਤੁਹਾਡੇ ਕੋਲੇ -3 ਜਿਹੜਾ ਕਿ ਨॉन ਜ਼ੀਰੋ ਆ। देयरफॉर मैट्रिक्स ਦਾ रैंक ਕਿੰਨਾ ਆ ਗਿਆ ਤੁਹਾਡੇ ਕੋਲੇ 2 ਆ ਗਿਆ। ਇੰਨਾ ਕੰਮ ਕਰਨਾ ਸੀ, ठीक है, ਕੰਮ ਤੁਹਾਡਾ ਸਹੀ ਹੈ, बस ਕਰਨ ਦਾ ਤਰੀਕਾ ਥੋੜਾ ਸਹੀ ਹੋਣਾ ਚਾਹੀਦਾ। अपने मैथमैटिक्स दे विच थोड़ी जी रिप्रजेंटेशन तुहाडी सही होनी जरूरी है। तुहानूं मैं पहला भी कहा सी, तुहाडा पेपर करन दा जिहड़ा अटैम्प्ट करन दा वे है वो बहुत सुपीरियर होना चाहिए जे बहुत वधिया मार्क्स लेने हैं। ऑब्जेक्टिव नॉलेज है जिहड़ी ये तुहाडे करन दे वे तो पता चलूगी, ये बुक्स ने नंबर नहीं दबाने। तुसीं पूरी दी पूरी बुक लै जिओ, बुक तो पेपर करे आए, तुहानूं पूरे बाय पूरे नंबर नहीं मिलने। तुहाडा काम कीता है बिल्कुल सही है, एक आ काम कीता होया ये भी उही चीज़ है, बट ये काम बोलदा कि तुहानूं पूरी दी पूरी चीज़ की नॉलेज है। आ चीज़ मैं तां जानबुझ के लिखवाई है, एक न्यूमेरिकल क्वेश्चन आउणगे तुहाडे कोले, ठीक है, अगे चल के उन्हां दे विच आ चीज़ां दी लोड़ पऊगी, किते आ लिखिया होऊगा, किते आ लिखिया होऊगा, किते आ लिखिया होऊगा। एक एग्जाम्पल आऊगी तुहाडे सामने, उत्थे वो कह देणगे जी एक्स की वैल्यू लभो, मैट्रिक्स का रैंक लैस दैन इक्वल टू 2 आ। चेक कर लो, तुहाडियां बुक्स ते एग्जाम्पल होणगियां अगे चल के, उन्होंने लिख दिता होगा एक्स की वैल्यू फाइंड करो वैन रैंक ऑफ मैट्रिक्स लैस दैन इक्वल टू 2। इसका मतलब की हो गया, तुसीं सारे सोचो, एक स्टेटमेंट देती 3 क्रॉस 3 की मैट्रिक्स देती, वो एक्स चल रहा, उन्होंने कह देना एक्स की वैल्यू फाइंड आउट करो, नाल ये लिख देंगे रैंक ऑफ मैट्रिक्स लैस दैन इक्वल टू 2। इसका मीनिंग की हो गया कि मैट्रिक्स का रैंक 3 नहीं हैगा। इसका मतलब की हो गया 3 क्यों नहीं हो सकता, क्योंकि 3 वाली क्योंकि मैट्रिक्स का डिटरमिनेंट 0 है। अपना काम की होगा, मैट्रिक्स के डिटरमिनेंट 0 के बराबर रख के एक्स की वैल्यू कढ़ लो, बस आंसर। जे ये चीज़ां हुणे तो नाल हुंदे सिख लांगे तो आपां नूं काम अगे जाके काम करन वेले बहुत सौखा रहूगा। सो हुणे तो वधिया तरीके नाल काम करन दी हैबिट पा लो, अगे चल के बहुत सौखा रहूगा। स्केयर मैट्रिक्स की हुंदी है, रैक्टेंगुलर मैट्रिक्स की हुंदी है, आपां प्रीवियस लैक्चर च सीख लिया सी। रैंक बाय यूजिंग डिटरमिनेंट मैथड कर लिया सी। सिंगुलर नॉन सिंगुलर मैट्रिक्स कर लिया सी। रैंक ऑफ 0 मैट्रिक्स इज 0, सिर्फ 0 मैट्रिक्स का रैंक 0 होंदा। आ देखो एक एग्जाम्पल है, मैं वैसे ही सॉल्व कर रखी है। 3 क्रॉस 3 की मैट्रिक्स है, इसका डिटरमिनेंट किया 0 आ गया। इसका मतलब इत्थे लिखता मैं कि मैट्रिक्स का रैंक 3 के बराबर नहीं हो सकता। इसका मतलब मैट्रिक्स का रैंक 3 तो घट है। इत्थे मैनूं ऐ लिखना चाहिए कि मैट्रिक्स का रैंक लैस दैन इक्वल टू 2 है। हाँ, लैस दैन इक्वल टू 2 लिखा होया, वो लैस दैन वाली इक्वल टू लाइन के उत्ते ही लग रहा, एवें देखने को लग रहा कि शायद कला लैस दैन लिखा होया, वो लैस दैन इक्वल टू 2 पाया हुआ मेरा। उस तो बाद मैं 2 क्रॉस 2 के सारे माइनर लिख ले,
ਬਾਈ ਚਾਂਸ 2x2 ਦੇ ਸਾਰੇ ਮਾਈਨਸ ਦਾ ਡਿਟਰਮਿਨੈਂਟ 0 0 0 0 ਆਈ ਜਾਂਦਾ, ਬਾਈ ਚਾਂਸ ਹੋ ਰਿਹਾ, ਸਾਰੇ ਮਾਈਨਸ ਦਾ ਡਿਟਰਮਿਨੈਂਟ 0 0 0 0 ਆਈ ਜਾਂਦਾ। ਫਿਰ ਮੈਂ ਕੀ ਲਿਖ ਰਿਹਾ, ਆਲ ਮਾਈਨਰਸ ਆਫ ਆਰਡਰ 2x2 ਹੈਵ ਡਿਟਰਮਿਨੈਂਟ 0। ਇਸ ਸਪੈਸ਼ਲ ਕੇਸ ਦੇ ਵਿੱਚ ਮੈਨੂੰ ਲਿਖਣਾ ਪਊਗਾ ਕਿ 2x2 ਦੇ ਸਾਰੇ ਮਾਈਨਸ ਦਾ ਡਿਟਰਮਿਨੈਂਟ ਵੀ 0 ਆ ਗਿਆ। ਇਹਦਾ ਮਤਲਬ ਮੈਟ੍ਰਿਕਸ ਦਾ ਡਿਟਰਮਿਨੈਂਟ 2 ਵੀ ਨਹੀਂ ਹੋ ਸਕਦਾ। ਸੋ 2 ਤੋਂ ਘੱਟ ਹੈ, 2 ਤੋਂ ਘੱਟ ਦਾ ਮਤਲਬ ਰੈਂਕ 1 ਹੈ। 1 ਤੋਂ ਘੱਟ ਨਹੀਂ ਹੋ ਸਕਦਾ, 0 ਨਹੀਂ ਹੋ ਸਕਦਾ। ਕਿਉਂ ਨਹੀਂ 0 ਹੋ ਸਕਦਾ? ਬਿਕੋਜ਼ ਮੇਨ ਮੈਟ੍ਰਿਕਸ ਸੀਗੀ ਜਿਹੜੀ ਉਹ ਨॉन ਜ਼ੀਰੋ ਸੀ। ਮੇਨ ਮੈਟ੍ਰਿਕਸ ਕੀ ਆ? ਨॉन ਜ਼ੀਰੋ ਹੈ। ਜੇ ਮੈਟ੍ਰਿਕਸ 0 ਹੁੰਦੀ ਤਾਂ ਰੈਂਕ 0 ਹੁੰਦਾ। 0 ਕਦੋਂ ਹੋਊਗੀ? ਜਦੋਂ ਸਾਰੇ ਐਲੀਮੈਂਟ 0 ਹੋਣਗੇ। ਜੇ ਮੇਨ ਮੈਟ੍ਰਿਕਸ ਦੇ ਵਿੱਚ ਇੱਕ ਅੱਧਾ ਵੀ ਨॉन ਜ਼ੀਰੋ ਆ ਗਿਆ ਤਾਂ ਨॉन ਜ਼ੀਰੋ ਮੈਟ੍ਰਿਕਸ ਹੋਊਗੀ। ਇੱਕ ਹੋਰ ਐਗਜ਼ਾਮਪਲ ਦੇਖੋ 4/4 ਦੀ। 4x4 ਦੀ ਮੈਟ੍ਰਿਕਸ ਦਾ ਡਿਟਰਮਿਨੈਂਟ ਸੋਲਵ ਕਰਨਾ ਹੁੰਦਾ। 4x4 ਦੀ ਮੈਟ੍ਰਿਕਸ ਦਾ ਡਿਟਰਮਿਨੈਂਟ ਸੋਲਵ ਕਰਨਾ ਹੁੰਦਾ ਜਾਂ ਨਹੀਂ? ਚਲੋ ਕੋਈ ਇਸ਼ੂ ਨਹੀਂ। 4x4 ਦੀ ਮੈਟ੍ਰਿਕਸ ਦਾ ਡਿਟਰਮਿਨੈਂਟ ਸੋਲਵ ਕਰਨ ਦੇ ਲਈ ਜਿਵੇਂ ਤੁਸੀਂ 3x3 ਦੀ ਮੈਟ੍ਰਿਕਸ ਦਾ ਡਿਟਰਮਿਨੈਂਟ ਸੋਲਵ ਕਰਦੇ ਹੋ, ਬਿਲਕੁਲ ਸੇਮ ਉਹੀ ਪ੍ਰੋਸੈਸ ਹੈ। ਪਹਿਲਾਂ ਲਿਖੋ ਪਲੱਸ ਮਾਈਨਸ ਅਲਟਰਨੇਟ ਸਿੰਬਲ। ਪਲੱਸ ਪਾਓਗੇ ਇਸ ਰੋ ਅਤੇ ਕਾਲਮ ਨੂੰ ਛੱਡ ਦਿਓ, ਪਲੱਸ ਦੇ ਨਾਲ ਆ 3x3 ਦੀ ਮੈਟ੍ਰਿਕਸ ਆ ਜਾਊਗੀ। ਇਸ ਪਲੱਸ ਦੇ ਸਿੰਬਲ ਦੇ ਨਾਲ ਇਸ 3x3 ਦੀ ਮੈਟ੍ਰਿਕਸ ਆ ਜਾਊਗੀ। ਪਲੱਸ ਦੇ 6 ਦੇ ਨਾਲ, ਇਕੱਲੇ ਪਲੱਸ ਨਾਲ ਨਹੀਂ, ਪਲੱਸ ਦੇ 6 ਦੇ ਨਾਲ। ਆ ਦੇਖੋ ਇੱਥੇ ਕੀ ਲਿਖ ਲਿਆ, ਪਲੱਸ ਦਾ 6, ਪਲੱਸ ਦੇ 6 ਦੇ ਨਾਲ 3x3 ਦੀ ਮੈਟ੍ਰਿਕਸ ਆ ਗਈ। ਉਸ ਤੋਂ ਬਾਅਦ ਆ ਕੀ ਆ ਰਿਹਾ 1, ਬਟ 1 ਦੇ ਨਾਲ ਸਿੰਬਲ ਕਿਹੜਾ ਲੱਗੂਗਾ? ਮਾਈਨਸ ਦਾ। -1 ਦੇ ਨਾਲ ਇਹ ਰੋ ਅਤੇ ਇਹ ਕਾਲਮ ਛੱਡ ਦੇਣੀ ਆ। ਫਿਰ ਆ 4 10 6 16 ਤੇ ਆ 2। ਸਮਝ ਲੱਗ ਗਿਆ? ਉਸ ਤੋਂ ਬਾਅਦ ਪਲੱਸ ਦੇ 3 ਦੇ ਨਾਲ ਇਹ ਰੋ ਅਤੇ ਇਹ ਕਾਲਮ ਛੱਡ ਦੇਣੀ ਆ, 2 ਕਾਲਮਸ ਆਹ ਤੇ 1 ਕਾਲਮ ਆਹ। ਉਹ ਤੋਂ ਬਾਅਦ ਮਾਈਨਸ ਦਾ 8, ਇਹ ਰੋ ਅਤੇ ਇਹ ਕਾਲਮ ਛੱਡ ਦੇਣੀ ਆ 3x3 ਦੀ ਮੈਟ੍ਰਿਕਸ ਆ ਜਾਊਗੀ। ਏਦਾਂ ਪਹਿਲਾਂ ਪਲੱਸ ਦੇ 6 ਦੇ ਨਾਲ ਪਹਿਲੀ ਰੋ ਅਤੇ ਪਹਿਲੀ ਕਾਲਮ ਛੱਡਤੀ, ਫਿਰ -1 ਦੇ ਨਾਲ ਪਹਿਲੀ ਰੋ ਅਤੇ ਦੂਜੀ ਕਾਲਮ ਛੱਡਤੀ, ਫਿਰ ਪਲੱਸ ਦੇ 3 ਦੇ ਨਾਲ ਪਹਿਲੀ ਰੋ ਅਤੇ ਤੀਜੀ ਕਾਲਮ ਛੱਡਤੀ, ਫਿਰ -8 ਦੇ ਨਾਲ ਪਹਿਲੀ ਰੋ ਅਤੇ ਚੌਥੀ ਕਾਲਮ ਛੱਡਤੀ। ਹੁਣ ਰਫ ਕੰਮ ਦੇ ਵਿੱਚ ਆ 3x3 ਦੀ ਮੈਟ੍ਰਿਕਸ ਦਾ ਡਿਟਰਮੀਨੈਂਟ ਕਰਕੇ ਭਰ ਦਿਓ, ਇਸ 3x3 ਦੀ ਮੈਟ੍ਰਿਕਸ ਦਾ ਡਿਟਰਮੀਨੈਂਟ ਕਰਕੇ ਭਰ ਦਿਓ, ਇਸ 3x3 ਦੀ ਮੈਟ੍ਰਿਕਸ ਦਾ ਡਿਟਰਮੀਨੈਂਟ ਕਰਕੇ ਫਿਲ ਕਰ ਦਿਓ, ਇਸ 3x3 ਦੀ ਮੈਟ੍ਰਿਕਸ ਦਾ ਡਿਟਰਮੀਨੈਂਟ ਕਰਕੇ ਭਰ ਦਿਓ। ਇਸ ਤਰੀਕੇ ਨਾਲ ਤੁਹਾਡਾ 4x4 ਦੀ ਮੈਟ੍ਰਿਕਸ ਦਾ ਡਿਟਰਮੀਨੈਂਟ ਹੋਏਗਾ। ਕਿਸੇ ਨੂੰ ਕੋਈ ਸ਼ੱਕ, ਕਿਸੇ ਨੂੰ ਕੁਝ ਨਾ ਸਮਝ ਲੱਗਿਆ ਹੋਵੇ? ਐਨੀਵਨ ਜਿਹਨੂੰ 4x4 ਦੀ ਮੈਟ੍ਰਿਕਸ ਦਾ ਡਿਟਰਮੀਨੈਂਟ ਕਰਨ ਬਾਰੇ ਨਾ ਪਤਾ ਲੱਗਿਆ ਹੋਵੇ? ਪਤਾ ਲੱਗ ਗਿਆ ਵੀ ਸਾਰਿਆਂ ਨੂੰ? ਰੈਕਟੈਂਗੂਲਰ ਮੈਟ੍ਰਿਕਸ ਦਾ ਰੈਂਕ ਪਤਾ ਕਰਨ ਦੇ ਲਈ ਉਹਨੂੰ ਪਹਿਲਾਂ ਸਕੁਅਰ ਮੈਟ੍ਰਿਕਸ ਲੈ ਕੇ ਆਉਣਾ ਜ਼ਰੂਰੀ ਹੈ। ਜੇ ਉਹਦੀਆਂ ਰੋਜ਼ ਜਾਂ ਕਾਲਮਸ ਵੱਧ ਨੇ ਤਾਂ ਉਹਦੀ ਐਕਸਟਰਾ, ਜਿਵੇਂ ਮੰਨ ਲਓ 3x4 ਸੀ, ਉਹਦੀਆਂ 4 ਕਾਲਮ ਸੀ ਤਾਂ ਕੋਈ ਉਹਦੀ ਇੱਕ ਕਾਲਮ ਡਿਲੀਟ ਕਰੋ। ਉਹਨੂੰ ਪਹਿਲਾਂ ਸਕੁਅਰ ਮੈਟ੍ਰਿਕਸ ਲੈ ਕੇ ਆਓ, ਫਿਰ ਉਹਦਾ ਡਿਟਰਮੀਨੈਂਟ ਕਰੋ। 1 ਉਹਨੂੰ ਕੋਸ਼ਿਸ਼ ਕਰੋ ਅਵੋਇਡ ਕਰੋ ਡਿਟਰਮੀਨੈਂਟ ਮੈਥਡ ਲਈ। ਉਹਨੂੰ ਆਪਾਂ ਬਾਈ ਐਲੀਮੈਂਟਰੀ ਰੋ ਟਰਾਂਸਫਰਮੇਸ਼ਨ ਨਾ ਕਰਾਂਗੇ। ਸਭ ਤੋਂ ਬੈਸਟ ਮੈਥਡ ਹੈ ਜਿਹੜਾ ਆਪਾਂ ਹੁਣ ਸਿੱਖਣ ਜਾ ਰਹੇ ਹਾਂ, ਐਲੀਮੈਂਟਰੀ ਰੋ ਟਰਾਂਸਫਰਮੇਸ਼ਨ ਮੈਥਡ। ਕਿਸੇ ਮਰਜ਼ੀ ਟਾਈਪ ਦੀ ਮੈਟ੍ਰਿਕਸ ਤੇ ਲਗਾ ਦਿਓ, ਤੁਹਾਡਾ ਆਨਸਰ ਐਕੂਰੇਟ ਹੋਏਗਾ, ਸਹੀ ਹੋਏਗਾ, ਬਹੁਤ ਘੱਟ ਟਾਈਮ ਦੇ ਵਿੱਚ ਹੋਏਗਾ। ਅੱਜ ਆਪਾਂ ਸਟਾਰਟ ਕਰਾਂਗੇ ਰੋ ਟਰਾਂਸਫਰਮੇਸ਼ਨ ਮੈਥਡ। ਸਹੀ ਆਨਸਰ ਆਏਗਾ, ਘੱਟ ਟਾਈਮ ਚ ਆਏਗਾ, ਬਿਨਾਂ ਮਿਸਟੇਕ ਤੋਂ ਆਨਸਰ ਆਏਗਾ। ਔਰ ਉਹ ਤੁਹਾਡਾ ਪਹਿਲਾਂ ਦਾ +2 ਚ ਸਿੱਖਿਆ ਹੋਇਆ ਮੈਥਡ ਆ, ਥੋੜਾ ਜਿਹਾ ਇੰਟਰਚੇਂਜ ਕਰਨ ਦੀ ਲੋੜ ਆ, ਥੋੜੇ ਜਿਹਾ ਟੈਕਨੀਕਲੀ ਤਰੀਕੇ ਨਾਲ ਪੜ੍ਹਨ ਦੀ ਲੋੜ ਹੈ। ਭਾਵੇਂ ਰੈਕਟੈਂਗੂਲਰ ਹੋਵੇ, ਸਕੁਅਰ ਹੋਵੇ, ਭਾਵੇਂ 4x4 ਦੀ ਮੈਟ੍ਰਿਕਸ ਹੋਵੇ, 5x4 ਦੀ ਹੋਵੇ, 4x5 ਦੀ ਹੋਵੇ, ਕਿੰਨੀ ਮਰਜ਼ੀ ਵੱਡੀ ਮੈਟ੍ਰਿਕਸ ਹੋਵੇ।
कुछ क गल्लां ने मैं नोट कीतियां होईयां ने, ध्यान नाल पढ़ लो, स्क्रीन ते देखो की है भी। If in the statement order of matrix is equal to the rank of matrix, if in the statement order of matrix is equal to the rank of matrix, then the determinant of given matrix is non-zero। ये तो गल क्लीयर है ना। जे स्टेटमेंट दे विच तुहानूं ये ऑलरेडी कह रखिया कि जिन्ना मैट्रिक्स का ऑर्डर है उन्ना ही मैट्रिक्स का रैंक है, ये तो गल क्लीयर ही है कि जदों मैट्रिक्स का रैंक उहदे ऑर्डर के बराबर हुंदा तो मैट्रिक्स का डिटरमिनेंट नॉन जीरो हुंदा। नॉन जीरो होने वेले ही मैट्रिक्स का रैंक उहदे ऑर्डर के बराबर हुंदा। If in the statement order of matrix is more than the rank of matrix, जे मैट्रिक्स का ऑर्डर वधदा रैंक घट है, जे मैट्रिक्स का ऑर्डर वधदा रैंक घट है, ਇਹਦਾ मतलब मैट्रिक्स का डिटरमिनेंट जीरो आउंदा होगा। जे रैंक घट है ऑर्डर ज्यादा आ तो मैट्रिक्स ओरिजिनल मैट्रिक्स का डिटरमिनेंट जीरो है, ताइयों रैंक घटदा ना। रैंक का घटन का कारण की है, ओरिजिनल मैट्रिक्स का डिटरमिनेंट जीरो होता। ये चीज़ां वैसे पेपर च आने वाली नहीं हैगियां, पर फिर भी गल्लां क्लीयर करनियां जरूरी ने ताकि आप जो अगे चल के ऑब्जैक्टिव टाइप के पेपर दईए उदों आपां नूं इन्हां गल्लां दा पता होवे। लो जी, उस तो बाद वेरी 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 इंपॉर्टेंट टॉपिक शुरू होने जा रहा, रैंक ऑफ एलीमेंटरी रो ट्रांसफॉर्मेशन मैथड। इनू 2-3 दिन लगणगे अपने। ये टॉपिक तुहाडा हुण भी काम आऊगा, सैकेंड ईयर च भी काम आऊगा, फाइनल ईयर च भी काम आऊगा। इन्हें तुहाडा 3 साल खड़ा नहीं छड्डना। इनू जिन्ना वधिया तरीके नाल समझ लो उन्ना बैटर है। 3 साल तुहानूं काम आएगा। हो सकता हर एक समैसटर च आवे, बस थोड़ा थोड़ा बदल बदल के जे सबजैक्ट के अकॉर्डिंग थोड़ा चेंज होके काम आया करेगा। लास्ट की नाम आ भी तेरा? हाँ जी, संजीव सुरजीत सिंह पहले दिन आया है? क्यों, तू खास दिन अज किस तो पुछ के आया? लेट एडमिशन हुई है? किन्ना क लेट? कल हुई है? फिर पुरानियां क्लासां का किवें करेगा? पूरे आ तू पहला तक गया। की नाम दसिया? सुखजीत सिंह। कित्थों आना? गुआरा। इन्नी लेट का तो एडमिशन हुई है? प्रॉब्लम सी? फिर हुण पुरानियां क्लासां का किवें करेगा? वीडियो तो किहने कहा तैनूं वीडियो बनदी है? अपना वीडियो चैनल का ग्रुप लिंक चैनल बनया होया। 1 अगस्त तो क्लासां लग रही नहीं, 1 अगस्त तो जिस दिन क्लासां शुरू हुई सी, कल्ली कल्ली वीडियो डेट वाइज पई है उत्थे। टाइम कढ़ के चैनल का तेनों ग्रुप च ऐड कर लैंदे आ, चैनल का लिंक भी मिल जू, वीडियो भी मिल जाएगी। टाइम कढ़ के सारियां देख ला, फिर भी कोई प्रॉब्लम रहिंदी है मैनूं आके पुछ ला, नाल दे बच्चों नूं पुछ ला। ठीक है, एक बुक आपां कर चुके, अद्धा सिलेबस हो चुकिया, दूजी बुक चल रही है। ठीक है, नाल रल जा बाकी बच्चों की, कोई प्रॉब्लम नहीं आती। बैठ। हाँ जी, ध्यान नाल समझो। सब तो पहला स्टैप की है, आपने डायगोनल एलीमेंट तो समझ हो ना। पहली रो का पहला, सैकेंड रो का सैकेंड, थर्ड रो का थर्ड। सब तो पहला स्टैप की है, फर्स्टली वी हैव टू चैक द फर्स्ट डायगोनल एलिमेंट इज जीरो और नॉन जीरो। सब तो पहला स्टैप की है, पहली रो का पहला एलीमेंट है जिहड़ा आपने चैक करना वो जीरो है या नॉन जीरो है। जे तो फर्स्ट रो का फर्स्ट एलीमेंट नॉन जीरो है, ये मैं सारा कुछ ग्रुप च प्रोवाइड कराऊंगा, कोई चक्कर नहीं, लिखण दी नोट करन दी ग्रुप च अवेलेबल होऊगा। फर्स्टली वी हैव टू चैक first diagonal element is either 0 or non-zero. If it is non-zero, then go to second step. If it is 0, then interchange any following row to make it non-zero. जे पहली रो का पहला एलीमेंट नॉन जीरो है
ਤਾਂ ਸੈਕੰਡ ਸਟੈਪ ਤੇ ਚੱਲ ਜਾਓ। ਜੇ ਪਹਿਲੀ ਰੋ ਦਾ ਪਹਿਲਾ ਐਲੀਮੈਂਟ 0 ਆ ਤਾਂ ਨੀਚੇ ਵਾਲੀ ਕਿਸੇ ਰੋ ਨੂੰ ਇੰਟਰਚੇਂਜ ਕਰਕੇ ਇਹਨੂੰ ਨॉन ਜ਼ੀਰੋ ਬਣਾ ਲਓ। ਸਮਝ ਲੱਗ ਗਿਆ ਸਟੈਪ? ਕੋਈ ਮੁਸ਼ਕਿਲ ਤਾਂ ਨਹੀਂ। ਪਹਿਲਾ ਸਟੈਪ ਕੀ ਹੈ ਮੈਂ ਦੁਬਾਰਾ ਦੱਸ ਦੇਣਾ। ਪਹਿਲੀ ਰੋ ਦਾ ਪਹਿਲਾ ਐਲੀਮੈਂਟ ਨॉन ਜ਼ੀਰੋ ਬਣਾਉਣਾ ਤੁਸੀਂ। ਜੇ ਆਲਰੇਡੀ ਉਹਦੀ ਜਗ੍ਹਾ ਤੇ ਨॉन ਜ਼ੀਰੋ ਤਾਂ ਦੂਜੇ ਸਟੈਪ ਤੇ ਚੱਲ ਜਾਓ। ਜੇ ਉਹਦੀ ਜਗ੍ਹਾ ਤੇ 0 ਪਿਆ ਤਾਂ ਉਹਦੀ ਜਗ੍ਹਾ ਤੇ ਨੀਚੇ ਵਾਲੀ ਕਿਸੇ ਫੋਲੋਇੰਗ ਰੋ ਨੂੰ ਇੰਟਰਚੇਂਜ ਕਰਕੇ ਉਹਦੀ ਜਗ੍ਹਾ ਤੇ ਨॉन ਜ਼ੀਰੋ ਬਣਾ ਲਓ। ਬਾਅਦ ਦੇ ਵਿੱਚ ਆਪਾਂ ਸੈਕੰਡ ਸਟੈਪ ਤੇ ਜਾਣਾ ਆ। ਇਹ ਪਹਿਲਾ ਸਟੈਪ ਸੀ ਤੁਹਾਡਾ। ਇੰਟਰਚੇਂਜ ਦਾ ਫੋਲੋਇੰਗ ਰੋ। ਆਪਣਾ ਕੋਲੋਂ ਕੋਈ ਵੀ ਹੋਰ ਦਿਮਾਗ ਨਹੀਂ ਵਰਤਣਾ, ਆਪਣੇ ਕੋਲੋਂ ਕੋਈ ਹੋਰ ਸਟੈਪ ਨਹੀਂ ਲਾਉਣਾ ਵੀ ਜੀ ਸੱਜੇ ਪਾਸਿਓਂ ਕੋਈ ਰੋ ਨੂੰ ਇੰਟਰਚੇਂਜ ਕਰ ਲਓ, ਕੁਝ ਹੋਰ ਕਰ ਲਓ। ਮੈਂ ਤੁਹਾਨੂੰ ਇਸ ਤਰੀਕੇ ਨਾਲ ਸਿਖਾ ਰਿਹਾ ਕਿ ਤੁਹਾਡੇ 5ਵੇਂ 6ਵੇਂ ਚੈਪਟਰ ਤੱਕ ਲਾਸਟ ਤੱਕ ਇਹ ਚੀਜ਼ਾਂ ਕੰਮ ਆਉਣ। ਮੈਨੂੰ ਨਾਰਮਲਾਈਜੇਸ਼ਨ ਦੇ ਪ੍ਰੋਸੈਸ 'ਚ ਵੀ ਇਹਨਾਂ ਸਟੈਪਸ ਦੀ ਲੋੜ ਹੈ, ਮੈਨੂੰ ਇਨਵਰਸ ਵਾਲੇ ਸਟੈਪ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ। ਠੀਕ ਹੈ, ਮੈਨੂੰ ਕੈਲੇ-ਹੈਮਿਲਟਨ ਥਿਊਰਮ ਵਾਲੇ ਚੈਪਟਰ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ। ਲੀਨੀਅਰ ਚੈਪਟਰ ਦੇ ਵਿੱਚ ਵੀ ਲੋੜ ਹੈ, ਲੀਨੀਅਰ ਇਕੁਏਸ਼ਨਸ ਦੇ ਵਿੱਚ ਵੀ ਲੋੜ ਹੈ। ਮੈਂ ਇਸ ਤਰੀਕੇ ਨਾਲ ਸਿਖਾ ਰਿਹਾ ਵੀ ਐਂਡ ਤੱਕ ਮੈਨੂੰ ਦੁਬਾਰਾ ਸਿਖਾਉਣ ਦੀ ਲੋੜ ਨਾ ਪਵੇ। ਕਹਿਣ ਨੂੰ ਤਾਂ ਮੈਂ ਇਹ ਵੀ ਕਹਿ ਸਕਦਾ ਜੋ ਮਰਜ਼ੀ ਕਰਕੇ ਯਾਰ ਇਹਦੀ ਜਗ੍ਹਾ ਤੇ ਨॉन ਜ਼ੀਰੋ ਬਣਾ ਲਓ, ਚੱਲ ਜੂਗਾ ਮੇਰਾ ਕੰਮ, ਪਰ ਨਹੀਂ, ਮੈਂ ਇਸ ਤਰੀਕੇ ਨਾਲ ਸਿਖਾ ਰਿਹਾ ਬਾਰ-ਬਾਰ ਨਵੀਂ ਚੀਜ਼ ਨਾ ਸਿੱਖਣੀ ਪਵੇ। ਹੁਣ ਜਦੋਂ ਤੁਹਾਡਾ A11 ਦਾ ਮਤਲਬ ਕੀ ਆ? ਪਹਿਲੀ ਰੋ ਦਾ ਪਹਿਲਾ ਐਲੀਮੈਂਟ ਨॉन ਜ਼ੀਰੋ ਬਣ ਚੁੱਕਿਆ। ਨਾउ ਵੀ ਹੈਵ ਟੂ ਮੇਕ ਇਟ ਯੂਨਿਟੀ। ਯੂਨਿਟੀ ਦਾ ਮਤਲਬ ਸਮਝਦੇ ਹੋ? 1। ਇਫ ਇਟ ਇਜ਼ ਆਲਰੇਡੀ ਯੂਨਿਟੀ ਦੈਨ ਗੋ ਟੂ ਥਰਡ ਸਟੈਪ। ਕਈ ਸਵਾਲਾਂ ਦੇ ਵਿੱਚ ਇਹ ਆਲਰੇਡੀ ਯੂਨਿਟੀ ਹੋਏਗਾ ਤਾਂ ਥਰਡ ਸਟੈਪ ਤੇ ਚਲੇ ਜਾਣਾ। ਠੀਕ ਹੈ। ਇਫ ਇਟ ਇਜ਼ ਨॉट ਯੂਨਿਟੀ then check in the following rows, interchange any following row to make it unity। ਜੇ ਇਹਦੀ ਜਗ੍ਹਾ ਤੇ ਯੂਨਿਟੀ ਨਹੀਂ ਹੈਗਾ, ਨੀਚੇ ਵਾਲੀ ਕਿਸੇ ਰੋ ਦੇ ਵਿੱਚ ਯੂਨਿਟੀ ਹੈ। ਤਿੰਨ ਗੱਲਾਂ ਨੇਗੀਆਂ, ਧਿਆਨ ਨਾਲ ਸੁਣੋ ਪਹਿਲਾਂ, ਬਾਅਦ ਚ ਨੋਟ ਕਰਿਓ। ਜੇ ਤਾਂ A11 ਦੀ ਜਗ੍ਹਾ ਤੇ ਨॉन ਜ਼ੀਰੋ ਦੀ ਜਗ੍ਹਾ ਤੇ ਯੂਨਿਟੀ ਆਲਰੇਡੀ ਯੂਨਿਟੀ ਪਿਆ 1 ਪਿਆ ਤਾਂ ਤੀਜੇ ਸਟੈਪ ਤੇ ਚੱਲ ਜਾਓ। ਜੇ ਇੱਥੇ ਨॉन ਜ਼ੀਰੋ ਐਲੀਮੈਂਟ ਦੀ ਜਗ੍ਹਾ ਤੇ ਫੋਲੋਇੰਗ ਰੋ ਦੇ ਵਿੱਚ ਕਿਸੇ ਚ ਯੂਨਿਟੀ ਪਿਆ ਤਾਂ ਉਸ ਫੋਲੋਇੰਗ ਰੋ ਨੂੰ ਇੰਟਰਚੇਂਜ ਕਰ ਲਓ, ਫਿਰ ਇਹਦੀ ਜਗ੍ਹਾ ਤੇ ਤੁਸੀਂ 1 ਬਣਾ ਲਓ। ਠੀਕ ਹੈ, ਫਿਰ ਤੀਜੇ ਸਟੈਪ ਤੇ ਚੱਲ ਜਾਓ। ਕਈ ਵਾਰੀ ਕੀ ਹੁੰਦਾ, ਨਾ ਤਾਂ ਪਹਿਲੀ ਰੋ ਦੇ ਪਹਿਲੇ ਐਲੀਮੈਂਟ ਕੋਲੇ 1 ਆ, ਨਾ ਨੀਚੇ ਵਾਲੀ ਕਿਸੇ ਰੋ ਦੇ ਕੋਲੇ 1 ਆ। ਫਿਰ ਇਸ ਕੇਸ ਦੇ ਵਿੱਚ ਕੀ ਕਰਨਾ? ਆਲਵੇਜ਼ ਡਿਵਾਈਡ R1 ਮਤਲਬ ਪਹਿਲੀ ਰੋ ਵਿਦ A11। ਹਮੇਸ਼ਾ ਪਹਿਲੀ ਰੋ ਨੂੰ A11 ਨਾਲ ਡਿਵਾਈਡ ਕਰ ਦੇਣਾ। ਪਹਿਲੀ ਰੋ ਨੂੰ ਜਿੰਨਾ ਵੀ ਐਲੀਮੈਂਟ ਪਹਿਲੀ ਰੋ ਦੇ ਵਿੱਚ ਪਿਆ, ਪਹਿਲੇ ਰੋ ਦੇ ਪਹਿਲੇ ਐਲੀਮੈਂਟ ਦੇ ਵਿੱਚ ਪਿਆ, ਪਹਿਲੀ ਰੋ ਦੇ ਫਸਟ ਡਾਇਗੋਨਲ ਐਲੀਮੈਂਟ ਦੇ ਵਿੱਚ ਪਿਆ, ਉਹਦੇ ਨਾਲ ਹੀ ਡਿਵਾਈਡ ਕਰ ਦਿਓ, ਭਾਵੇਂ ਬਾਕੀ ਰੋ 'ਚ ਜੋ ਮਰਜ਼ੀ ਬਣੀ ਜਾਵੇ। ਸਮਝ ਲੱਗ ਰਿਹਾ? ਤਿੰਨ ਗੱਲਾਂ ਨੇ, ਮੈਂ ਦੁਬਾਰਾ ਰਿਪੀਟ ਕਰ ਰਿਹਾ। We have to check A11 is unity or not. If A11 is unity, then go to next step. ਜੇ A11 ਦੇ ਕੋਲੇ ਯੂਨਿਟੀ ਐਲੀਮੈਂਟ ਪਿਆ, ਇੱਕ ਪਿਆ ਤਾਂ ਨੈਕਸਟ ਸਟੈਪ ਤੇ ਚੱਲ ਜਾਓ। If not, then check the following rows. If any following row below A11 have unity, then interchange that row with R1. ਜੇ A11 ਦੇ ਨੀਚੇ ਕਿਸੇ ਹੋਰ ਰੋ ਦੇ ਕੋਲੇ 1 ਪਿਆ ਤਾਂ ਉਸ ਰੋ ਨੂੰ A11 ਨਾਲ ਇੰਟਰਚੇਂਜ ਕਰਕੇ A11 ਦੀ ਥਾਂ ਤੇ ਯੂਨਿਟੀ ਬਣਾਓ ਤੇ ਤੀਜੇ ਸਟੈਪ ਕੋਲ ਚੱਲ ਜਾਓ। If at A11 is not unity and in below A11 any following row does not have unity, ਨਾ ਤਾਂ A11 ਕੋਲ ਯੂਨਿਟੀ ਆ, ਨਾ A11 ਦੇ ਨੀਚੇ ਕਿਸੇ ਹੋਰ ਰੋ ਦੇ ਕੋਲ ਯੂਨਿਟੀ ਹੈ, then always divide R1। ਤਾਂ ਹਮੇਸ਼ਾ ਪਹਿਲੀ ਰੋ ਨੂੰ ਡਿਵਾਈਡ ਕਰ ਦੇਣਾ with A11। A11 ਦਾ ਮਤਲਬ ਜਿਹੜਾ ਵੀ A11 ਸੀਗਾ ਪਹਿਲੀ ਰੋ ਦਾ ਪਹਿਲਾ ਡਾਇਗੋਨਲ ਐਲੀਮੈਂਟ ਸੀ, ਉਹਦੇ ਨਾਲ ਡਿਵਾਈਡ ਕਰ ਦਿਓ। ਸਮਝ ਲੱਗ ਰਿਹਾ? ਤੁਹਾਡਾ ਪਹਿਲੀ ਰੋ ਦਾ ਪਹਿਲਾ ਐਲੀਮੈਂਟ 1 ਬਣ ਜਾਊਗਾ। ਠੀਕ ਹੈ, ਹੋ ਗਿਆ ਕੰਮ ਕੰਪਲੀਟ। ਕਿੰਨੇ ਸਟੈਪ ਹੋ ਗਏ? 2 ਸਟੈਪ ਹੋ ਗਏ। ਹੁਣ ਤੀਜਾ ਸਟੈਪ ਕੀ ਹੈ? ਤੀਜਾ ਸਟੈਪ ਕੀ ਹੈ? ਪਹਿਲੀ ਰੋ ਦਾ ਪਹਿਲਾ ਐਲੀਮੈਂਟ 1 ਬਣ ਚੁੱਕਿਆ ਨਾ ਆਪਣਾ। ਹੁਣ ਤੀਜਾ ਸਟੈਪ ਕੀ ਹੈ? ਨਾਓ A1 R1 is
R1 इज पाइवट रो, PIVOT पाइवट रो, या की रो चाबी वाली रो। पाइवट रो लिख सकते हैं PIVOT पाइवट रो, पाइवट रो या की रो KEY की रो चाबी वाली रो, जिहड़ी अपनी प्रॉब्लम नूं अपनी समस्या नूं हल करूगी। हुण तुसीं इस पाइवट रो इस चाबी वाली रो दे उत्ते ऑपरेशन नहीं लाउणा, इहदी हैल्प दे नाल दूजिआं दे उत्ते ऑपरेशन लाउणा। हुण इस चाबी वाली रो दे उपर ऑपरेशन नहीं लाउणा, इहदी मदद दे नाल बाकियां दे उपर ऑपरेशन लाउणा। हुण आपां ने की काम करना, A11 दी थां ते 1 बना लिया ना। हुण आपां A11 दे नीचे जीरोज बनाउणे आ। हुण अपना तीजा स्टैप की है, जिथे A11 की जगह ते आपां ने 1 बनाया, आपां ने उहदे नीचे जीरोज बनाउणियां ने। ये चीज़ां तुसीं प्लस 2 च करके आए हो ना, जानियां पछाणियां लगदियां ने ना फ्लैशबैक च। मैं थोड़ी ਜਿਹੇ तरीके नाल समझा रहा बस। हुण तुसीं की काम करना, जिथे A11 की थां ते तुसीं 1 बनाया, ਉਹਨੂੰ सूटेबल एलीमेंट नाल मल्टीप्लाई करके, सूटेबल एलीमेंट नाल मल्टीप्लाई करके सामने वालियां रोज दे विच फॉलोइंग रोज दे विच ऐड या सबट्रैक्ट करना। सूटेबल मैं तां कहता भी जिद्दां दा सामने एलीमेंट पिया होऊगा, 7 पिया तां 7 नाल मल्टीप्लाई कर लो, 14 पिया तां 14 नाल मल्टीप्लाई कर लो, 5 पिया तां 5 नाल मल्टीप्लाई कर लो, ऐड करन दी लोड़ आ तां ऐड कर लो, सबट्रैक्ट करन दी लोड़ आ सबट्रैक्ट कर लो। सामने फॉलोइंग रोज दे विच जिहड़ियां 1 दे नीचे एलीमेंट्स पए ने उन्हां दी थां ते जीरोज बनाउणा। हुण थोड़ी जी टैक्नीकल मैथमैटिकल लैंग्वेज च पढ़ लो। After making A11 is unity, now we have to take first row as a pivot row or key row. Now we have to multiply with the suitable element to R1 and adding or subtracting in following rows to make zeros below A11। A11 ਦੇ ਨੀਚੇ zeros ਬਣਾਉਣੀਆਂ ਨੇ। ਹੁਣ ਇੰਨਾ ਕੁ ਕੰਮ ਮੈਂ ਤੁਹਾਨੂੰ ਇੱਕ ਐਗਜ਼ਾਮਪਲ 'ਚ ਕਰੀ ਹੋਈ 'ਚ ਦਿਖਾਉਣਾ। लो जी, आ एग्जाम्पल आ गई, ध्यान नाल देखो एग्जाम्पल। जो जो गल्लां आपां ने कीतियां ने फ्लैशबैक च याद करो, जो जो मैं बोलिया सी। पहला स्टैप की सी, पहली रो दा पहला एलीमेंट याद करो, नॉन जीरो होना चाहिए। इत्थे ऑलरेडी नॉन जीरो आ, ठीक है। पहला स्टैप अपना लगे ही नहीं। सुखजीत, पहली रो दा पहला एलीमेंट नॉन जीरो है ना, इत्थे जीरो तो है नहीं। हुण इहदी जगह ते की बनाउणा, 1 बनाउणा। नीचे किसी रो कोले 1 हैगा नहीं, तां की काम करिए, 3 ते डिवाइड कर दो। किनू, फस्ट कॉलम नू, फस्ट कॉलम नू डिवाइड कर दिए। वो कॉलम थोड़ी सी रो सी, उही सिर लाई जाने हो। हमेशा रो ते ऑपरेशन लाउणा, कॉलम ते नहीं। भावें लगदा भी होवे कॉलम ते नहीं, रो ते ऑपरेशन लाउणा। आपां पहली रो नू डिवाइड कर दांगे, किहदे नाल डिवाइड कर दांगे, A11 नाल। तां इहनू पहली रो नू 3 ते डिवाइड कर दो। 3 की जगह ते 1 आ गया, इहदी जगह ते 4/3 आ गया, इहदी जगह ते 1/3 आ गया, इहदी जगह ते 2/3 आ गया। हुण जदों ये 1 बन गया, A11 1 बन गया, तो पहली रो हो गई अपनी पाइवट रो या चाबी वाली रो। हुण ये रो अपनी पाइवट रो आ, चाबी वाली रो आ। इहदे उपर आपां ने कोई ऑपरेशन नहीं लाउणा, इहदी हैल्प दे नाल आपां ने बाकियां ते ऑपरेशन लाउणे आ। हुण आपां इस रो नू सूटेबल एलीमेंट, सूटेबल दा मतलब समझदे हो ना, सूटेबल की हुंदा, ਜਿਹੜਾ भी सूट करदा, जिहो जिहा चाहीदा उहो जिहा मल्टीप्लाई कर लो। स्क्रीन तुहानूं दिखदी नहीं होनी, मैं उच्चा कर देना थोड़ा जिहा। लो जी, सूटेबल एलीमेंट नाल मल्टीप्लाई कर दो। इत्थे 3 चाहिदा तां इहनूं 3 नाल मल्टीप्लाई करके इत्थे माइनस कर दांगे। यही ऑपरेशन आपां रफ कम च लिख दांगे। ऑपरेशन लिखण दी भी एक कला आ, तुसीं ऑपरेशन ध्यान नाल देख के लिखना आ भी दूजी रो बराबर है, दूजी रो -3 नाल मल्टीप्लाई कर देना पहली रो नूं। कई वारी आपां नूं काम करना आउंदा हुंदा पर ऑपरेशन नहीं लिखणे आउंदे। एग्जामिनर ने तुहाडी आ चीज़ बाद च चैक करनी आ, पहलां वो तुहाडे ऑपरेशन चैक करूगा भी तुहानूं ऑपरेशन लिखणे आउंदे आ। ऑपरेशन ध्यान नाल लिखणे आ। सैकेंड रो इक्वल्स टू, सैकेंड रो दे विच तुसीं ऐड कर रहे हो या सबट्रैक्ट कर रहे हो वो लिखो, किन्ने नाल मल्टीप्लाई कर रहे हो वो लिखो, किहड़ी रो नूं मल्टीप्लाई कर रहे हो वो लिखो। जिवें तुसीं इत्थे देखिया भी इहनूं 3 नाल मल्टीप्लाई करन दी लोड़ आ, इत्थे 1 ताईयों बनाया सीगा ताकि सूटेबल एलीमेंट नाल मल्टीप्लाई कर लईए।
ਸੈਕਿੰਡ रो ਇਕੁਅਲਸ ਟੂ ਸੈਕਿੰਡ रो ਮਾਈਨਸ 3 ਟਾਈਮਸ ਪਹਿਲੀ रो। ਇੱਥੇ 7 ਨਾਲ ਮਲਟੀਪਲਾਈ ਕਰਕੇ ਮਾਈਨਸ ਕਰਨ ਦੀ ਲੋੜ ਆ, ਤਾਂ ਥਰਡ रो ਇਕੁਅਲਸ ਟੂ ਥਰਡ रो ਮਾਈਨਸ 7 ਟਾਈਮਸ R1। ਜਿਹੜਾ ਕੁਛ ਇੱਥੇ ਸੋਚ ਲਿਆ ਉਹ ਪੂਰੀ रो ਤੇ ਲੱਗੂਗਾ। ਤਾਂ ਬਸ ਫਿਰ ਪਹਿਲੀ रो ਤੇ ਤਾਂ ਕੋਈ ਆਪਰੇਸ਼ਨ ਲਾਇਆ ਨਹੀਂ, ਉਹ ਤਾਂ ਸੇਮ ਹੀ ਆ ਗਈ। ਇਹਨੂੰ 3 ਨਾਲ ਮਲਟੀਪਲਾਈ ਕਰਕੇ ਮਾਈਨਸ ਕੀਤਾ 0 ਆ ਗਿਆ। ਇਹਨੂੰ 3 ਨਾਲ ਮਲਟੀਪਲਾਈ ਕੀਤਾ 4 ਰਹਿ ਗਿਆ, 4 ਨੂੰ ਇਹ ਚੋਂ ਮਾਈਨਸ ਕੀਤਾ ਮਾਈਨਸ 2 ਬਚ ਗਏ। ਇਹਨੂੰ 3 ਨਾਲ ਮਲਟੀਪਲਾਈ ਕੀਤਾ 1 ਰਹਿ ਗਿਆ, 1 ਚੋਂ 1 ਮਾਈਨਸ ਕੀਤਾ 0 ਬਚ ਗਿਆ। ਇਹਨੂੰ 3 ਨਾਲ ਮਲਟੀਪਲਾਈ ਕੀਤਾ 2 ਰਹਿ ਗਿਆ, 2 ਨੂੰ 4 ਚੋਂ ਮਾਈਨਸ ਕੀਤਾ 2 ਬਚ ਗਿਆ। ਇਹਨੂੰ 7 ਨਾਲ ਮਲਟੀਪਲਾਈ ਕੀਤਾ 7 ਚੋਂ ਮਾਈਨਸ ਕੀਤਾ 0 ਬਚ ਗਿਆ। ਇਹਨੂੰ 3 ਨਾਲ 7 ਨਾਲ ਮਾਈਨਸ ਕੀਤਾ ਮਲਟੀਪਲਾਈ ਕਰਨ ਤੋਂ ਬਾਅਦ ਆਹ ਚੀਜ਼ ਬਚ ਗਈ। ਇਹਨੂੰ 7 ਨਾਲ ਮਲਟੀਪਲਾਈ ਕਰਕੇ ਮਾਈਨਸ ਕੀਤਾ, ਇਹਦੇ ਵਿੱਚੋਂ ਆਹ ਚੀਜ਼ ਬਚ ਗਈ। ਇਹਨੂੰ 7 ਨਾਲ ਮਲਟੀਪਲਾਈ ਕਰਕੇ ਮਾਈਨਸ ਕੀਤਾ, ਆਹ ਚੀਜ਼ ਬਚ ਗਈ। ਆਪਣਾ ਇੱਕ ਸਟੈਪ ਕੰਪਲੀਟ ਹੋਇਆ। ਠੀਕ ਹੈ ਜੀ। ਉਹ ਤੋਂ ਬਾਅਦ ਵਾਲਾ ਕੰਮ ਮੈਂ ਤੁਹਾਨੂੰ ਸਮਝਾਇਆ ਨਹੀਂ। ਹੁਣ ਜੋ ਕੰਮ ਮੈਂ A11 ਦੇ ਲਈ ਬੋਲਿਆ ਸੀ, ਜੋ ਕੰਮ ਮੈਂ A11 ਦੇ ਲਈ ਬੋਲਿਆ ਸੀ, ਉਹ ਸਾਰਾ ਕੰਮ A22 ਦੇ ਉੱਤੇ ਲੈ ਆਓ। Now we have to check second diagonal element A22 is 0 or not. If A22 is 0, then make A22 is non-zero by interchange the following row. ਜੇ A22 0 ਆ ਤਾਂ ਨੀਚੇ ਵਾਲੀ ਕਿਸੇ ਰੋ ਨੂੰ ਇੰਟਰਚੇਂਜ ਕਰਕੇ A22 ਨੂੰ ਨॉन ਜ਼ੀਰੋ ਬਣਾਓ। ਜੇ A22 0 ਹੈ ਦੈਨ ਨੈਕਸਟ ਸਟੈਪ ਤੇ ਜਾਓ। ਜੇ A22 ਨॉन ਜ਼ੀਰੋ ਆ ਤਾਂ ਉਹਦੀ ਜਗ੍ਹਾ ਤੇ ਯੂਨਿਟੀ ਬਣਾਓ। ਯੂਨਿਟੀ ਕਿਵੇਂ ਬਣੂਗਾ? A22 ਜਾਂ ਤਾਂ ਨੀਚੇ ਵਾਲੀ ਕਿਸੇ ਰੋ ਦੇ ਕੋਲੇ ਯੂਨਿਟੀ ਹੋ ਸਕਦਾ, ਉਹਨੂੰ ਇੰਟਰਚੇਂਜ ਕਰ ਲਓ। ਜੇ ਨੀਚੇ ਵਾਲੀ ਕਿਸੇ ਰੋ ਦੇ ਕੋਲੇ A22 ਨੀਚੇ ਵਾਲੀ ਰੋ ਦੇ ਕੋਲੇ 1 ਨਹੀਂ ਹੈਗਾ ਤਾਂ ਦੂਜੀ ਰੋ ਨੂੰ A22 ਤੇ ਡਿਵਾਈਡ ਕਰ ਦਿਓ। ਜਿਵੇਂ ਇਸ ਕੇਸ ਦੇ ਵਿੱਚ ਇੱਥੇ ਇਹਦੇ ਨੀਚੇ ਕਿਸੇ ਕੋਲੇ ਨੀਚੇ ਵਾਲੀ ਕਿਸੇ ਰੋ ਦੇ ਕੋਲੇ ਯੂਨਿਟੀ ਹੈ ਹੀ ਨਹੀਂ, ਤਾਂ ਦੂਜੀ ਰੋ ਨੂੰ ਕਿਸ ਤੇ ਡਿਵਾਈਡ ਕਰਨਾ ਪਊ? ਸੁਖਜੀਤ ਬੋਲੋ। ਸੁਖਜੀਤ ਸਿੰਘ, ਆ ਦੂਜੀ ਰੋ ਦਾ ਦੂਜਾ ਐਲੀਮੈਂਟ ਆ, ਇਹਦੀ ਜਗ੍ਹਾ ਤੇ 1 ਬਣਾਉਣਾ, ਤਾਂ ਕਿੰਨੇ ਨਾਲ ਡਿਵਾਈਡ ਕਰੀਏ? -2 ਨਾਲ। ਜੇ 2 ਨਾਲ ਡਿਵਾਈਡ ਕਰਾਂਗੇ ਤਾਂ -1 ਬਚੂ। -2 ਨਾਲ ਡਿਵਾਈਡ ਕਰਨਾ ਪਊਗਾ ਤਾਂ R2 equals to R2 into 1 over -2। ਤਾਂ ਇਹ ਬਾਕੀ ਸਾਰੀਆਂ ਰੋ ਉਵੇਂ ਰਹਿਣਗੀਆਂ। ਇਸ ਰੋ ਦੀ ਜਗ੍ਹਾ ਤੇ ਕਿੰਨਾ ਆ ਜਾਊਗਾ? -1। 1 ਬੈਠੇ ਹੋ, ਸ਼ੁਕਰ ਆ। ਹੁਣ ਏਦਾਂ ਕੰਮ ਕਰਨ ਦੇ ਨਾਲ ਹੁਣ ਆਪਣੀ ਦੂਜੀ ਰੋ ਕੀ ਹੋ ਗਈ? ਦੂਜੀ ਰੋ ਕੀ ਹੋ ਗਈ? ਪਾਈਵਟ ਰੋ ਜਾਂ ਕੀ ਰੋ। ਹੁਣ ਆਪਾਂ ਦੂਜੀ ਰੋ ਤੇ ਆਪਰੇਸ਼ਨ ਨਹੀਂ ਲਾਉਣਾ। ਹੁਣ ਆਪਾਂ ਦੂਜੀ ਰੋ ਦੀ ਹੈਲਪ ਦੇ ਨਾਲ ਬਾਕੀਆਂ ਤੇ ਆਪਰੇਸ਼ਨ ਲਾਉਣੇ ਆ। ਬਾਈ ਟੇਕਿੰਗ ਸੂਟੇਬਲ ਐਲੀਮੈਂਟ, ਉਹਦੇ ਨੀਚੇ ਜਾਂ ਉੱਪਰ ਦੋਨੇ ਥਾਵਾਂ ਤੇ ਵੀ ਲਾ ਸਕਦੇ ਆ। ਦੋਨੇ ਥਾਵਾਂ ਤੇ ਲਾਵਾਂਗੇ। ਦੂਜੀ ਰੋ ਦੇ ਸੂਟੇਬਲ ਐਲੀਮੈਂਟ ਨਾਲ ਮਲਟੀਪਲਾਈ ਕਰਕੇ ਉੱਪਰ ਤੇ ਨੀਚੇ ਐਡ ਜਾਂ ਸਬਟਰੈਕਟ ਕਰ ਸਕਦੇ ਆ। ਉੱਪਰ ਕੀ ਲੋੜ ਹੈ? 4/3 ਨਾਲ ਮਲਟੀਪਲਾਈ ਕਰਕੇ ਮਾਈਨਸ ਕਰ ਦੋ। ਨੀਚੇ ਕੀ ਲੋੜ ਹੈ? 10/3 ਨਾਲ ਮਲਟੀਪਲਾਈ ਕਰਕੇ ਐਡ ਕਰ ਦੋ। ਇੱਥੇ ਉਵੇਂ ਆਪਰੇਸ਼ਨ ਲਵਾਂਗੇ। ਪਹਿਲੀ ਰੋ ਇਕੁਅਲਸ ਟੂ ਪਹਿਲੀ ਰੋ -4/3 ਟਾਈਮਸ R2, ਕਿਉਂਕਿ ਦੂਜੀ ਰੋ ਪਾਈਵਟ ਰੋ ਹੈ। ਇੱਥੇ ਤੀਜੀ ਰੋ ਇਕੁਅਲਸ ਟੂ ਤੀਜੀ ਰੋ ਪਲੱਸ ਕਰਨ ਦੀ ਲੋੜ ਹੈ, ਕਿਉਂਕਿ ਪਹਿਲੇ ਮਾਈਨਸ ਹੈ। ਇਹ ਕੰਮ ਕਰਾਂਗੇ। ਇਹ ਤੁਸੀਂ ਦੇਖ ਕੇ ਫੋਲੋ ਕਰ ਲਓਗੇ ਨਾ ਸਾਰੀ ਰੋ ਦੇ ਉੱਪਰ। ਏਦਾਂ ਕੰਮ ਕਰਨ ਦੇ ਨਾਲ ਹੁਣ ਇਹ ਤੋਂ ਬਾਅਦ ਇੱਥੇ ਪਹੁੰਚ ਗਏ। ਹੁਣ ਜੋ ਮੈਂ ਕੰਮ ਕਰ ਤੁਹਾਨੂੰ ਪਹਿਲੀ ਰੋ ਪਹਿਲੇ ਡਾਇਗੋਨਲ ਐਲੀਮੈਂਟ ਦੇ ਲਈ ਦੱਸਿਆ ਸੀ, ਉਹੀ ਕੰਮ ਤੁਸੀਂ ਦੂਜੇ ਡਾਇਗੋਨਲ ਦੇ ਲਈ ਕਰਤਾ। ਉਹੀ ਕੰਮ ਆਪਾਂ ਤੀਜੇ ਡਾਇਗੋਨਲ ਦੇ ਲਈ ਜਾਵਾਂਗੇ। ਹੁਣ ਆਪਾਂ ਤੀਜੇ ਡਾਇਗੋਨਲ ਨੂੰ 1 ਪਹਿਲਾਂ ਤਾਂ ਨॉन ਜ਼ੀਰੋ ਬਣਾਵਾਂਗੇ, ਫਿਰ 1 ਬਣਾਵਾਂਗੇ, ਫਿਰ ਤੀਜੀ ਰੋ ਨੂੰ ਆਪਾਂ ਪਾਈਵਟ ਰੋ ਮੰਨਾਂਗੇ, ਫਿਰ ਤੀਜੀ ਰੋ ਦੇ ਉੱਪਰ ਸੂਟੇਬਲ ਐਲੀਮੈਂਟ ਨਾਲ ਮਲਟੀਪਲਾਈ ਕਰਕੇ ਬਾਕੀਆਂ ਚ ਐਡ ਸਬਟਰੈਕਟ ਕਰਾਂਗੇ। 1 ਬਣਾ ਕੇ ਉਹਦੇ ਉੱਪਰ ਨੂੰ ਜ਼ੀਰੋਜ਼ ਬਣਾਵਾਂਗੇ। ਠੀਕ ਹੈ ਜੀ। ਲਾਸਟ ਤੇ ਆ ਕੇ ਏਦਾਂ ਕੰਮ ਫੋਲੋ ਕਰਨ ਤੋਂ ਬਾਅਦ ਲਾਸਟ ਤੇ ਆ ਕੇ ਜਿੰਨੀਆਂ ਤੁਹਾਡੇ ਕੋਲੇ ਨॉन ਜ਼ੀਰੋ ਰੋਜ਼ ਬਚਣਗੀਆਂ, ਦੇਖੋ ਧਿਆਨ ਨਾਲ, ਲਾਸਟ ਤੇ ਆ ਕੇ ਜਿੰਨੀਆਂ ਨॉन ਜ਼ੀਰੋ ਰੋਜ਼ ਬਚਣਗੀਆਂ ਉਹਨਾਂ ਮੈਟ੍ਰਿਕਸ ਦਾ ਰੈਂਕ ਹੋਊਗਾ। ਜਿੰਨੀਆਂ ਨॉन ਜ਼ੀਰੋ ਰੋਜ਼ ਬਚਣਗੀਆਂ, ਕਾਲਮ ਨਹੀਂ ਰੋਜ਼,
ਕਈ ਐਗਜ਼ਾਮਪਲਸ ਤਾਂ ਪਹਿਲਾਂ ਹੀ ਸ਼ੁਰੂਆਤ 'ਚ ਹੀ ਤੁਹਾਡੇ ਕੋਲੇ ਰੋਜ਼ 0 ਬਚ ਜਾ ਕਰ ਰਹੀਆਂ। ਇਹ ਤਾਂ ਮੈਂ ਸਪੈਸ਼ਲ ਜੀ ਐਗਜ਼ਾਮਪਲ ਲਈ ਹੋਈ ਹੈ ਜਿਹਦੇ 'ਚ ਕਾਫੀ ਸਾਰਾ ਵਰਕ ਕੀਤਾ ਹੋਇਆ। ਨਹੀਂ ਬਹੁਤ ਸਾਰੀਆਂ ਐਗਜ਼ਾਮਪਲ ਦੇਖੋਗੇ ਤੁਸੀਂ, 2 ਸਟੈਪ ਕਰਨ ਤੋਂ ਬਾਅਦ ਹੀ ਤੁਹਾਡੇ ਕੋਲੇ 4 ਰੋ ਦੇ ਵਿੱਚ 2 ਰੋਜ਼ 0 ਬਣ ਜਾ ਕਰਨਗੀਆਂ। ਠੀਕ ਹੈ, ਜਿੰਨੀਆਂ ਨॉन ਜ਼ੀਰੋ ਰੋਜ਼ ਬਚਣੀਆਂ, ਦੇਖੋ ਇੱਕ ਨॉन ਜ਼ੀਰੋ ਰੋ ਇਹ ਬਚ ਗਈ, ਇੱਕ नॉन ਜ਼ੀਰੋ ਰੋ ਇਹ ਬਚ ਗਈ, ਇੱਕ नॉन ਜ਼ੀਰੋ ਰੋ ਇਹ ਬਚ ਗਈ, ਤਾਂ ਮੈਟ੍ਰਿਕਸ ਦਾ ਰੈਂਕ ਕਿੰਨਾ ਆ ਗਿਆ? 3 ਆ ਗਿਆ। ਦੇਖਣ ਨੂੰ ਇਹਦੇ ਵਿੱਚ ਕੰਮ ਲੈਂਥੀ ਲੱਗ ਰਿਹਾ, ਪਰ ਇਹਦੇ ਵਿੱਚ ਵਰਕ ਜ਼ਿਆਦਾ ਸੀ, ਸਮਝਣ ਵਾਲਾ ਵਰਕ ਜ਼ਿਆਦਾ ਆ, ਤਾਂ ਮੈਂ ਇੱਕ ਐਗਜ਼ਾਮਪਲ ਪਿਕ ਕੀਤੀ ਹੋਈ ਹੈ। ਠੀਕ ਹੈ, ਇਹ ਸੀਗਾ ਬਾਈ ਯੂਜ਼ਿੰਗ ਐਲੀਮੈਂਟਰੀ रो ट्रांसफॉर्मेशन मैथड। ਕੱਲ ਵੀ ਆਪਾਂ ਇਹਦੇ ਵਿੱਚ ਇੱਕ ਲੈਕਚਰ ਲਗਾਵਾਂਗੇ, ਫਿਰ ਕੰਮ ਇਹਨੂੰ ਫਿਨਿਸ਼ ਕਰਾਂਗੇ। ਕਾਫੀ ਇੰਟਰਸਟਿੰਗ ਕੰਮ